ਸੀਗਾ ਹੁਣ मैं किहो जिहा हो गया। फिर इनू चित्त विच विचार आउण लग जाती भी मैं मुड़ के आऊँगा इस संसार ते, मैं सारिਆਂ ਨੂੰ छड्ड जाना। ओहो कबीर साहब कहते फिर पछतावे तो की बनता तेरा, फिर तो पछतावा ही। कईयां नूं तां बुढ़े हो के भी अकल नहीं आउंदी, 70 80 साल दे हुंदे पर मौत चेते नहीं रहिंदी। ਜਿਹੜਾ ਕੁਝ ਛੱਡਣ ਵਾਲਾ ਉਹ ਛੱਡਦੇ ਨਹੀਂ, ਜਿਹੜਾ ਕੁਝ ਨਹੀਂ ਛੱਡਣ ਵਾਲਾ ਉਹ ਛੱਡੀ ਜਾਂਦੇ ਨੇ। ਰੱਬ ਦਾ ਨਾਮ, ਸੇਵਾ, ਸਿਮਰਨ, ਬੰਦਗੀ। ਸੱਜਣੋ ਜਦੋਂ ਸਰੀਰ ਬਹਿ ਜਾਂਦਾ ਨਾ ਮੰਜੇ ਤੇ ਅਪਹਾਜ ਹੋ ਜਾਂਦਾ, ਉਦੋਂ ਫਿਰ ਇਹਨੂੰ ਚੇਤਾ ਆਉਂਦਾ। ਫਿਰ ਕਦੋਂ ਚੇਤਾ ਆਵੇ, ਤਰਬਰ ਵਿਛੁੰਨੇ ਨਹਿ ਪਾਤ ਚੁਰਤੇ, ਜਮ ਮਗ ਜਿੰਦ ਅਕੇਲੀ। ਜਮਾਂ ਦੇ ਬਸ ਪੈਣਾ ਜਿੰਦ ਨੇ, ਮੁੜ ਕੇ ਤਾਂ ਸੁਪਨਾ ਬਣ ਜੂ ਤੇਰਾ ਸੱਜਣਾ। ਆਓ ਭਾਈ, ਜਿਹੜੀ ਸੰਗਤ ਅਜੇ ਤੱਕ ਨਹੀਂ ਆਈ ਜਾਂ ਜਿੱਥੇ ਤੱਕ ਸਪੀਕਰ ਦੀ ਆਵਾਜ਼ ਸੁਣਦੀ ਹੈ, ਚੌਂਕੜੇ ਮਾਰ ਕੇ ਬੈਠ ਜਾ ਕਰੋ ਥੋੜ੍ਹਾ ਜਿਹਾ ਸਮਾਂ। ਰੱਬ ਦੀ ਯਾਦ ਦੇ ਵਿੱਚ ਆਪਾਂ ਆਪਣਾ ਸਮਾਂ ਸਫਲਾ ਕਰੀਏ। ਤੁਹਾਡੀ ਮੇਰੀ ਸਾਰਿਆਂ ਦੀ ਗੁਰੂ ਦੇ ਨਾਲ फतेह द्वारा सांझ बन आवे, कोई भी रस्ता बांझी ना रह जाए। दोनों हाथ जोड़ के गुरु नूं सीस नवा के फतेह प्रवान करियो। आखो जी वाहिगुरु जी का खालसा, वाहिगुरु जी की फतेह। कोटान कोट शुक्र गरीब निवाज सतगुरु धन श्री गुरु ग्रंथ साहिब महाराज जियां दा, जिन्हां ने साडे उत्ते किरपा रहमत बख्शिश कीती है। सानू साहिब ने ਅੰਮ੍ਰਿਤ ਵੇਲੇ ਸੁੰਦਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨਦਾਰੇ ਬਖਸ਼ੇ। ਗੁਰੂ ਹਜ਼ੂਰੀ ਦੇ ਵਿੱਚ ਬੈਠ ਕੇ ਆਪ ਜੀਆਂ ਨੇ ਮੁੱਖ ਵਾਕ ਅੰਮ੍ਰਿਤ ਵੇਲੇ ਦੀਆਂ ਬਾਣੀਆਂ, ਨਿਤਨੇਮ ਅਤੇ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ। ਜਿਤਨਾ ਕੁ ਸਮਾਂ ਗੁਰੂ ਬਖਸ਼ਿਸ਼ ਕਰਦੇ ਨੇ, ਚੱਲ ਰਹੀ ਲੜੀਵਾਰ ਕਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੌੜੀ ਕਬੀਰ ਜੀਓ ਗੌੜੀ। ਕਬੀਰ ਸਾਹਿਬ ਦੇ ਸ਼ਬਦਾਂ ਦੀ ਕਥਾ ਚੱਲ ਰਹੀ ਹੈ। 337 ਅੰਗ ਤੋਂ ਇਹ ਸ਼ਬਦ ਅੱਜ ਸ਼ੁਰੂ ਹੋਣਾ ਹੈ। ਗੁਰੂ ਪਿਆਰ ਵਾਲਿਓ, ਕਬੀਰ ਸਾਹਿਬ ਆਪਣੀ ਜ਼ਿੰਦਗੀ ਦੇ ਨਿਚੋੜ ਕੱਢ ਕੇ, ਨਤੀਜੇ ਕੱਢ ਕੇ, ਰਿਜ਼ਲਟ ਕੱਢ ਕੇ ਜ਼ਿੰਦਗੀ ਦੇ ਤਜਰਬੇ ਸਾਨੂੰ ਦੱਸਦੇ ਨੇ। ਕਿਉਂਕਿ ਜਿਹੜਾ ਬਜ਼ੁਰਗ ਕਿਸੇ ਰਾਹ ਗਿਆ ਹੋਵੇ ਨਾ, ਉਹ ਲੰਬਾ ਰਾਹ ਸੀ, ਵਿਖੜਾ ਪੈਂਡਾ ਸੀ, ਆਪਣੀ ਔਲਾਦ ਨੂੰ ਦੱਸਦਾ ਹੈ ਵੀ ਭਾਈ ਤੁਸੀਂ ਇੱਥੋਂ ਦੇ ਜਾਓਗੇ, ਆਹ ਮੋੜ ਨੇ ਖਤਰਨਾਕ, ਇੱਥੇ ਨਦੀ ਹੈ, ਇੱਥੇ ਸ਼ੇਰ ਬਾਘ ਭਾਲੂ ਰਹਿੰਦੇ ਨੇ, ਇੱਥੇ ਚੋਰ ਡਾਕੂ ਰਹਿੰਦੇ ਨੇ। ਉਹ ਰਸਤੇ ਦੀ ਉਹਨੂੰ ਪਹਿਚਾਣ ਹੁੰਦੀ ਹੈ। ਤਾਂ ਕਰਕੇ ਕਬੀਰ ਸਾਹਿਬ ਕਮਾਏ ਹੋਏ ਬਚਨ ਅੱਜ ਦੇ ਗੌੜੀ ਰਾਗ ਦੇ ਵਿੱਚ ਕਹਿੰਦੇ ਨੇ, ਕਹਿੰਦੇ ਭਾਈ ਤੂੰ ਰੱਬ ਦਾ ਨਾਮ ਜਪਿਆ ਕਰ, ਤੂੰ ਪਰਮਾਤਮਾ ਦਾ ਨਾਮ ਜਪਿਆ ਕਰ। ਜੇ ਤੁਸੀਂ ਰੋਜ਼ ਬਹਿ ਕੇ ਕਥਾ ਸੁਣੋ ਨਾ ਸਾਰੀ, ਕਿੰਨਾ ਕੁ ਆਪਾਂ ਨੂੰ ਅੱਧਾ ਪੌਣਾ ਘੰਟਾ ਲੱਗਦਾ, ਕਦੀ ਅੱਧਾ ਘੰਟਾ, ਕਦੀ 20-40 ਮਿੰਟ। ਜੇ ਇੰਨਾ ਸਮਾਂ ਸੁਰਤੀ ਟਿਕ ਜਾਵੇ ਨਾ ਆ ਕੇ ਰੱਬ ਦੇ ਨਾਮ ਵਿੱਚ, ਸਾਡਾ ਭਲਾ ਹੋ ਜੂਗਾ। ਸਾਡੇ ਬਹੁਤ ਸਾਰੇ ਕਾਰਜ ਗੁਰੂ ਨੇ ਰਾਸ ਕਰ ਦੇਣੇ। ਆਓ ਨਾਮ ਕਿਵੇਂ ਜਪਣਾ ਚਾਹੀਦਾ? ਕਬੀਰ ਸਾਹਿਬ ਬਚਨ ਕਰਦੇ ਨੇ, ਰਾਮ ਜਪੋ ਜੀ ਐਸੇ ਐਸੇ, ਧਰੂਮ ਪ੍ਰਹਿਲਾਦ ਜਪਿਓ ਹਰ ਜੈਸੇ। ਅਜਿਹੇ ਰਾਮ ਨੂੰ ਜੀ ਵਿੱਚ, ਰਾਮ ਜਪੋ ਜੀ ਐਸੇ ਐਸੇ, ਇਸ ਤਰ੍ਹਾਂ ਜਪ ਭਾਈ ਐਸੇ ਰਾਮ ਨੂੰ ਆਪਣੇ ਚਿੱਤ ਵਿੱਚ। ਕਿਉਂਕਿ ਭੁੱਖ ਲੱਗੀ ਹੋਵੇ ਨਾ, ਰੋਟੀ ਬੜੇ ਪ੍ਰੇਮ ਨਾਲ ਖਾਂਦਾ ਬੰਦਾ। ਜਿਵੇਂ ਆਪਣਾ ਘਰ ਦਾ ਕੰਮ ਸ਼ੌਂਕ ਨਾਲ ਕਰਦਾ ਹੈ, ਪਿਆਰ ਨਾਲ ਕਰਦਾ ਹੈ, ਜੀ ਲਾ ਕੇ ਕਰਦਾ ਹੈ, ਕੰਮ ਉਹ ਸਫਲਾ ਹੋ ਜਿਹੜਾ ਤੁਸੀਂ ਚਿੱਤ ਲਾ ਕੇ ਕਰੋਗੇ। ਰੱਬ ਦਾ ਨਾਮ ਵੀ ਉਹ ਸਾਧ ਸੰਗਤ ਜੀਓ ਸਫਲਾ ਹੋ ਜਪਿਆ ਜਿਹੜਾ ਚਿੱਤ ਲਾ ਕੇ ਕਰੋਗੇ। ਸੇਵਾ ਉਹੀ ਜਿਹੜੀ ਚਿੱਤ ਲਾ ਕੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ, ਜਿਹੜਾ ਚਿੱਤ ਲਾ ਕੇ ਕਰਦਾ ਹੈ। ਇਸ ਕਰਕੇ ਧਰੂਮ ਪ੍ਰਹਿਲਾਦ ਜਪਿਓ ਹਰ ਜੈਸੇ,
5-5 ਸਾਲ ਦੀ ਉਮਰ ਦੇ ਬੱਚਿਆਂ ਨੇ ਉਸ ਪਰਮਾਤਮਾ ਤੇ ਭਰੋਸਾ ਰੱਖ ਕੇ ਸਾਧ ਸੰਗਤ ਜੀਓ ਨਾਮ ਨੂੰ ਜਪਿਆ। ਪ੍ਰਹਿਲਾਦ ਨੂੰ ਭਰੋਸਾ, ਧਰੂ ਨੂੰ ਦੋਨਾਂ ਨੂੰ ਭਰੋਸਾ ਹੋਇਆ ਨਾ। ਤੇ ਫਿਰ ਸਾਧ ਸੰਗਤ ਜੀਓ ਆਪ ਨਹੀਂ ਇਕੱਲੇ ਤਰੇ। ਜਿਸ ਬੱਚੇ ਨੂੰ 5 ਸਾਲ ਦੀ ਉਮਰ ਦੇ ਵਿੱਚ ਰੱਬ ਦੀ ਸੋਝੀ ਆ ਗਈ ਤਾਂ ਸਾਧ ਸੰਗਤ ਜੀਓ ਤੂੰ ਵੀ ਜਪਿਆ ਕਰ। ਤੂੰ ਤਾਂ ਕਿੱਡਾ ਵੱਡਾ ਹੈ, ਤੂੰ ਤਾਂ ਅਜੇ ਗੁਰਦੁਆਰੇ ਆਉਣ ਨੂੰ ਤਿਆਰ ਨਹੀਂ, ਸਤਸੰਗ ਕਰਨ ਨੂੰ ਤਿਆਰ ਨਹੀਂ, ਨਾਮ ਸਿਮਰਨ ਵਿੱਚ ਜੁੜਨ ਨੂੰ ਤਿਆਰ ਨਹੀਂ। ਫਿਰ ਜਦੋਂ ਤੂੰ ਨਾਮ ਸਿਮਰਨ ਵਿੱਚ ਜੁੜ ਗਿਆ ਨਾ, ਧਰੂ ਪ੍ਰਹਿਲਾਦ ਦੀ ਰੀਸ ਕਰਕੇ, ਕਦੀ ਤੂੰ ਚੋਰਾਂ ਡਾਕੂਆਂ ਦੀ ਰੀਸ ਨਾ ਕਰ, ਤੂੰ ਰੱਬ ਦੇ ਪਿਆਰਿਆਂ ਦੀ ਰੀਸ ਕਰਿਆ ਕਰ। ਕਿਉਂਕਿ ਜਿਹੜਾ ਚੰਗਾ ਕੰਮ ਸਿੱਖਣਾ ਨਾ ਸਾਧ ਸੰਗਤ, ਚੰਗੇ ਕੰਮ ਦੇ ਸਕੂਲ, ਕਾਲਜ, ਯੂਨੀਵਰਸਿਟੀਆਂ, ਬੜੇ ਬੜੇ ਸਾਧ ਸੰਗਤ ਜੀਓ ਅਦਾਰੇ ਨੇ, ਸੰਸਥਾਵਾਂ ਨੇ। ਕਿਤੇ ਟੀਚਿੰਗ ਸਿਖਾਈ ਜਾਂਦੀ ਹੈ, ਕਿਤੇ ਭਾਈ ਚਿੱਤਰਕਾਰੀ ਸਿਖਾਈ ਜਾਂਦੀ ਹੈ, ਐਗਰੀਕਲਚਰ ਨਾਲ, ਖੇਤੀਬਾੜੀ ਨਾਲ ਸੰਬੰਧਿਤ ਡਾਕਟਰੀ ਲਾਈਨ ਹੈ, ਜਾਂ ਸਾਧ ਸੰਗਤ ਜੀਓ ਕੋਈ ਠੇਕੇਦਾਰੀ ਲਾਈਨ ਹੁੰਦੀ ਹੈ, ਇੰਜੀਨੀਅਰ ਹੁੰਦੇ ਨੇ, ਅਤੇ ਕੋਈ ਕਿਸੇ ਕੰਮ, ਕੋਈ ਕਿਸੇ ਕੰਮ। ਆਪਣੇ ਆਪਣੇ ਕੰਮਾਂ ਦੇ ਵੱਖ-ਵੱਖ ਸੰਸਥਾ ਵਿੱਚ ਜਾ ਕੇ ਸਿੱਖਣਾ ਹੁੰਦਾ ਨਾ। ਅਤੇ ਕਿਤੇ ਚੋਰੀ ਦੇ ਸਕੂਲ ਦੇਖਿਆ ਤੁਸੀਂ ਵੀ ਇੱਥੇ ਚੋਰੀ ਸਿਖਾਈ ਜਾਂਦੀ ਹੈ? ਨਸ਼ੇ ਦੇ ਸਕੂਲ ਦੇਖਿਆ ਵੀ ਇੱਥੇ ਸ਼ਰਾਬ ਪੀਣੀ ਸਿਖਾਉਂਦੇ ਨੇ? ਗਾਲਾਂ ਕੱਢਣੀਆਂ ਇਹਦੇ ਸਕੂਲ ਦੇਖਿਆ ਕਦੇ ਵੀ ਇੱਥੇ ਗਾਲਾਂ ਕੱਢਣੀਆਂ, ਨਿੰਦਿਆ ਕਰਨੀ ਸਿਖਾਉਂਦੇ ਨੇ? ਵੈਸੇ ਤਾਂ ਜਿਹੜੀਆਂ ਖੁੰਡ ਚੌਂਕੜੀਆਂ ਇਹੋ ਹੀ ਹੈ, ਇਹ ਸਕੂਲ ਹੀ ਨੇ ਇਹਨਾਂ ਦੇ ਬਣਾਏ ਹੋਏ, ਜਿੱਥੇ 10-20-30 ਬੰਦੇ ਇਕੱਠੇ ਹੁੰਦੇ ਆ। ਇਹ ਚੁਗਲਖਾਨਾ ਹੀ ਹੁੰਦਾ, ਹੋਰ ਕੀ ਹੈ? ਕੋਈ ਸਤਸੰਗ ਥੋੜ੍ਹਾ ਹੀ ਹੁੰਦੀ ਹੈ। ਸੋ ਮੇਰੇ ਸਤਿਗੁਰੂ ਕਹਿੰਦੇ ਨੇ, ਕਹਿੰਦੇ ਤੂੰ ਚੰਗਾ ਕੰਮ ਸਿੱਖਣ ਵੱਲ ਇੱਧਰ ਨੂੰ ਮਨ ਨੂੰ ਪ੍ਰੇਰਿਤ ਕਰਿਆ ਕਰ। ਜਦੋਂ ਸੰਗਤ ਕਰੇਗਾ ਤੇਰਾ ਮਨ ਆਪਣੀ ਆਪ ਜੁੜੇਗਾ। ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜ੍ਹਾਇਆ ਵੇੜੇ ਰਹਾਓ। ਹੇ ਦੀਨਾਂ ਦੇ ਦਇਆਲੂ ਕਿਰਪਾਲੂ ਦਾਤਾ, ਤੇਰੇ ਭਰੋਸੇ ਹੀ ਅਸਾਂ ਨੇ ਸਾਰੀਆਂ ਇੰਦਰੀਆਂ ਰੂਪੀ, ਬਾਸ਼ਨਾ ਰੂਪੀ ਪਰਿਵਾਰ ਨੂੰ ਬੇੜੇ ਚੜ੍ਹਾ ਦਿੱਤਾ। ਇਹ ਪ੍ਰਾਰਥਨਾ ਹੈ। ਨਾਮ ਰੂਪੀ ਜਹਾਜ਼ ਵਿੱਚ ਚੜ੍ਹਾਇਆ ਹੈ। ਜਾ ਤਿਸ ਭਾਵੈ ਤਾ ਹੁਕਮ ਮਨਾਵੈ, ਇਸ ਵੇੜੇ ਕੋ ਪਾਰ ਲੰਘਾਵੈ। ਜਾ ਤਿਸ ਨਿਰੰਕਾਰ ਨੂੰ ਇਹ ਜੀਵ ਭਾ ਜਾਵੇ ਨਾ, ਨਿਰੰਕਾਰ ਨੂੰ, ਪਰਮਾਤਮਾ ਨੂੰ ਜੇ ਜੀਵ ਇਹ ਚੰਗਾ ਲੱਗੇ, ਚੰਗਾ ਤਾਂ ਲੱਗੂ ਜੋ ਤਰਲੇ ਮਿੰਨਤਾਂ ਕਰੂਗਾ। ਫਿਰ ਭਾਈ ਇਹ ਬੇੜੇ ਨੂੰ ਸੰਸਾਰ ਰੂਪੀ ਸਮੁੰਦਰ ਤੋਂ ਪਰਮਾਤਮਾ ਪਾਰ ਕਰ ਦਿੰਦਾ ਵਾ। ਗੁਰ ਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰਿਆ ਬਨ ਜਾਨੀ। ਸਤਿਗੁਰਾਂ ਦੀ ਕਿਰਪਾ ਕਰਕੇ ਜਿਨ੍ਹਾਂ ਦੇ ਹਿਰਦੇ ਅੰਦਰ ਇਸ ਪ੍ਰਕਾਰ ਦੀ ਬੁੱਧੀ ਆ ਕੇ ਸਮਾਈ, ਬੁੱਧ ਸਮਾਨੀ। ਬੁੱਧ ਸਮਾਨੀ ਦਾ ਮਤਲਬ ਹੈ ਵੀ ਚੰਗਾ ਉਪਦੇਸ਼ ਤੇਰੀ ਬੁੱਧ ਨੇ ਪਕੜ ਕਰ ਲਈ, ਅਤੇ ਉਹ ਬੁੱਧ ਗੁਰੂ ਦੀ ਬੁੱਧ, ਗੁਰੂ ਦੀ ਮੱਤ, ਗੁਰੂ ਦਾ ਉਪਦੇਸ਼ ਤੇਰੀ ਬੁੱਧ ਵਿੱਚ ਆ ਕੇ ਸਮਾ ਗਿਆ। ਫਿਰ ਤੇਰਾ ਆਉਣਾ ਜਾਣਾ, ਜੰਮਣ ਮਰਨਾ, ਸਾਈਂ ਕਹਿੰਦੇ ਨੇ, ਮੁੱਕ ਗਿਆ। ਕਹੋ ਕਬੀਰ ਭਜ ਸਾਰੰਗ ਪਾਨੀ, ਉਰਵਾਰ ਪਾਰ ਸਭ ਏਕੋ ਦਾਨੀ। ਸਾਰੰਗ ਪਾਨੀ ਪਰਮਾਤਮਾ ਨੂੰ ਇਸ ਪ੍ਰਕਾਰ ਭਜਨਾ ਕਰ, ਜਪਣਾ ਕਰ, ਜਿਵੇਂ ਪਪੀਹਾ ਸਵੰਤੀ ਬੂੰਦ ਨੂੰ ਤਰਸਦਾ ਭਜਦਾ, ਇਉਂ ਭਜਿਆ ਕਰ। ਸਾਧ ਸੰਗਤ ਜੀਓ, ਇਹ ਲੋਕ ਅਤੇ ਪਰਲੋਕ ਦੋਨੋਂ ਜਗ੍ਹਾ ਪਰਮਾਤਮਾ ਨੂੰ ਜਾਣਨਾ ਕਰ। ਲੋਕ ਪਰਲੋਕ ਸਾਰਿਆਂ ਜੀਵਾਂ ਦਾ ਇੱਕ ਪਰਮਾਤਮਾ ਹੈ, ਇਹਨਾਂ ਸਾਰਿਆਂ ਨੂੰ ਜਾਣਨਾ ਕਰੋ ਜੀ। ਗੌੜੀ ਨੌਵਾ। ਅੱਗੇ ਕਬੀਰ ਸਾਹਿਬ ਕਿਰਪਾਲੂ ਦਾਤਾ ਕਿਰਪਾ ਕਰਦੇ ਨੇ। ਜੋਨ ਛਾੜ ਜੋ ਜਗ ਮਹਿ ਆਇਓ, ਲਾਗਤ ਪਵਨ ਖਸਮ ਬਿਸਰਾਇਓ। ਜਿੱਦੇ ਤੂੰ ਮਾਂ ਦੇ ਗਰਭ ਦੇ ਵਿੱਚ ਸੀ ਨਾ, ਪੁੱਠਾ ਲਟਕਦਾ, ਪੁੱਠੇ ਲਟਕਦੇ ਦਾ ਤੇਰਾ ਜਿਹੜਾ ਧਿਆਨ ਸੀ ਉਹ ਰੱਬ ਵੱਲ ਸੀਗਾ, ਹੋਰ ਨਹੀਂ ਕਿਸੇ ਪਾਸੇ ਸੀ। ਜਦੋਂ ਤੂੰ ਮਾਂ ਦੇ ਗਰਭ ਦੇ ਵਿੱਚ ਸੀ ਨਾ, 6 ਮਹੀਨਿਆਂ ਦਾ ਸਰੀਰ ਪੂਰਾ ਹੋ ਗਿਆ, ਗੰਢੇਂਦਿਆਂ 6 ਮਾਹੋਂ 7ਵਾਂ ਮਹੀਨਾ ਹੋਇਆ, ਰੱਬ ਨੇ ਆਪਣੀ ਜੋਤ ਪਾਈ ਤੇਰੇ ਵਿੱਚ। ਜਿਉਂ-ਜਿਉਂ ਤੇਰਾ ਸਰੀਰ ਪ੍ਰਫੁੱਲਤ ਹੋਈ ਗਿਆ,
तेरी परवरिश माता के गर्भ दे विच रब ने कीती, माता के उदर मह प्रतिपाल करै सो क्यों मनो सारी। उत्थों तू इको बेनती करदा सी, मेरे मालका मैनू ये गर्भ कुंड नरक अगन दे विचों कढ लै, बड़ा औखा इत्थे। माँ का खाधा पीता मल मूत्र सब मूँह दे कोल दी जांदा है, एक पड़दा ही है साध संग पानी का पड़दा है। तो फिर जदों तू ध्यान धरदा सी ना परमात्मा का, बस परमात्मा ने तेरी उही सुनी है, मेरे मालका मैनू इत्थों कढ लै, मैं सवास सवास नाम जपूँगा, मैं जिंदगी दे विच चंगे काम करूँगा। फिर की होया, साईं मेरे कहंदे ने खसम सेती अरदास वखाणा उर्द ध्यान ले बलागा। उर्द ध्यान पुट्ठा लटके हुए दा ध्यान तेरा रब नाल जुड़िया सी, पर जिद्दें विचों गर्भ है निकल आया, खसम बसार दुनी चित लाया। परमात्मा अकाल पुरख वाहिगुरू दे साध संग जियो नालों चित तेरा टुट गया, कुटुंब नाल पुत्र धीआं नाल जुड़ गया। जोन छाड़ जो जग में आया, माँ की गर्भ जोनी छड्ड के तू ये दुनिया दे विच जगत विच आया। लागत पवन खसम बिसराया, जदों मोह की हवा संसार की हवा तैनूं लगी ना, तू रब नूं भुल गया, तू परमेश्वर नूं भुल गया, परमात्मा नूं भुल गया। जियरा हर के गुनाह गाओ रहाओ, हे जीव तू हरि परमात्मा के गुणां नूं गाया कर, तू परमात्मा के रब के गुणां नूं गाया कर। जदों संगत मिलती है ना, बैठ के करया कर वाहिगुरू 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 वाहिगुरू, इउं जपिया कर। जीरा हर के गुनाह गाओ, विश्राम दे की रहाओ दा कहंदे ने, तू हरि परमात्मा दे गुण गाउने कर। गर्भ जोन मह उर्द तप करता, तो जठर अगन मह रहता। माँ की गर्भ जोनी दे विच तू पुट्ठा लड़ के तप करदा सी, उस परमात्मा ने तैनूं तां बचाया उत्थे माँ की जठर अगन विच। माँ रोड़ खा जाती है ना, रोड़ भी हजम कर दिंदी है। अग देख लो इन्नी भैड़ी हुंदी है अग, जिहड़ी माँ के पेट की अग हुंदी है ना, जिथे तेरी परवरिश हो रही है, उत्थों कहंदे गर्भ जोन मैं उर्द तप करता। बड़ा पुट्ठा लट के तप करदा सी, उल्टा होया। तो जठर अगन मह रहता, पेट की जठर अगन तो तू बचिया रहिंदा सी, उत्थे रब दा नाम तैनूं बचाउंदा सी। माता के उदर मह प्रतिपाल करे, सो क्यों मनों बसारी है। 184 ही जोन भ्रम आयो, अब के छुट के ठौर न ठायो। वो बंदिया जरा ध्यान दें, तू 84 लख जूना दे विच भौंदा भरमदा आ मनुख जन्म मिलिया तैनूं। 184 ही जोन भ्रम आयो, भटकदा भटकदा तू साध संग भरमदा 84 लख जूना दे विच आया। अब के छुट के ठौर ना ठायो। फिर वेख लो भी, एक पत्ता बिरछ तो डिग पैंदा टुट के, तो फिर उसदा हाल की हुंदा है, गल जांदा धरती, मुड़ के लगूगा वो टाणी नाल, बहर ना लग गया डर, मुड़ के फिर पता नहीं ये जगत ते आवेगा, पता नहीं आवेगा। तैं हुण तक प्यार बीजना सी, प्रेम बीजना सीगा, तू हुण तक चंगा करना सी, अपने मफाद वास्ते तू, अपने मतलब वास्ते एक तो तू दूजे नूं नीवां झुकाउणा है। ये मेरे अगे दूजा नीवां होवे, हर गल ते मैं साध संगत इहदी डिकटेटरशिप करां, बड़ी माड़ी गल है, बड़ी माड़ी गल है। ते दूजे दा हक मारन नूं तू किन्ना तकड़ा है। ते साध संगत जीओ, फिर दूजे नूं पहलां दबा के राजी है, तू दूजे दा हक मार के राजी है। मेरे ही होवे ते गवांढी दे तां होवे ना कुछ। बस ये महाराज कहते तेरे च घाटा ने, मुड़ के मनुखा दे एक बारी ने फल गवा के चल गया, मुड़ के नहीं मिलनी, जिथे मर्जी भज ली। बहुत औखा है साध संग, बड़ा औखा है। कहो कबीर भज सारंग पानी, आबत दिसै जात न जानी। वो तू जप ला वो रब दे नाम नूं बंदिया, आबत दिसै जात न जानी।
आवत किने न पेख्यो कब न जाने रीव आई, कौन कहे किन बूझी है रामैया अकुल रीव आई। कहते परमात्मा जिहड़ा ना तैनूं ना आउंदा दिसदा है ना ही जांदा होया दिसदा है, जाणिया नहीं जांदा। ये जीव आउंदा जांदा, तू सुपने वांगू ये जीवन बतीत करके चलिया जावेगा। सतगुरु कहते ने तैनूं पता नहीं। आदे हुण बंदा इत्थे जन्म लैके आया ना, कम 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 लालच लोभ बेकार ये च फसिया पिया ना, कुटुंब च फसिया पिया। मेरे पुत्र धीआं आ जिहड़े कारज लई आया सी वो भुल गया, इहनूं दिसिया नहीं। जिद्दे जाऊगा उहदे तां दिसना ही नहीं, सारा कुछ इत्थे छड्ड के जाऊगा। गौड़ी पूर्वी गौड़ी दे विच भगत जी कहंदे ने, सुरग बास ना बाछीए डरीए ना नरक निवास। कहंदे स्वर्गां विच बसण दी इच्छा ना करिए कदी भी मैं स्वर्गां जाऊँगा तां चंगे काम करदा। अपनियां भुल्लां ही बख्शाया कर परमात्मा तो, वाहिगुरू तो ना अपनियां भुल्लां। ये ना कहा कर कि मैं आ चंगा काम कीता पता नहीं मैं स्वर्गां न जाऊँगा। जदों रब दा नाम जपेगा तेरी स्वर्गां दी इच्छा नहीं होनी चाहिए। डरीए ना नरक निवास, नरकां दे विच बसण तो कदी भी ना डरीए, क्योंकि तेरे कर्मां करके होना आ सारा कुछ होना। होना है सो होई है, मन है ना की जयास। वाहिगुरू दे हुक्म अनुसार जो कुछ होना है वो होना है। तू चंगा करी चल, किसी चीज़ की आस ना रखा कर। कबीर जो मैं चितवऊँ ना करै, क्या मेरा चितवै होए। अपना चितवै हर करै, जो मेरा चित ना होए। इसलिए अपने मन में कोई आशा ना करिए। भाई कई बंदे नरकां दा डर दिंदे ने, कई बंदे स्वर्गां दा लालच दिंदे ने। चल मेरे गुरु कोले स्वर्गां नूं भेजेगा। दुखां दा अज एक संस्था अजकल चली है, साढ़े सिखां दे परिवार साध संगत सिखां दे लाणत है सानूं। असी गुरु कलगीधर पातशाह दे घर विच जन्म लैके उहदे घरे फोन करदे आ, तेरे घरे दुख कलेस आ, असीं आउणे आ, असीं आके बात दूर कर दांगे। साध संगत जीओ 20 लाख रुपया करजा देना तो तेरा दुख दूर कर दूगा। तैनूं कोई कैंसर की प्रॉब्लम होगी, कोई होर शरीरक, तेरा जदों अते भरोसा नहीं बापू ते गुरु ते, वो एक साध संगत जीओ कारण की बस मन का सुभाव है कि जिधर नूं कोई कह दे उधर ही तुर पैंदा पिछे। स्वर्गां दा लालच लै लैंदा, नरकां दा डर मारदा। जो होना है सो होना है, कोई आस ना रख। महाराज कहते तू रब नूं ध्याई कर, ये परमात्मा का काम है, वाहिगुरू का काम है। रामाइया गुण गाईया जानते पाईए परम निधान रहाओ। तू वाहिगुरू के गुणां नूं गाउणा कर। वड्डियां तो वड्डा जिहड़ा नाम का खजाना है, मालक परिपूर्ण परमात्मा जिहड़ा, उहदी प्राप्ति कर लईए। विश्राम दे के कहंदे ने, क्या जप क्या तप संजम, क्या वर्त क्या इशनान। जद तक जीव भगवान की प्रेमा भगती विच जुड़दा नहीं, तप जिन्ना मर्जी करी जा, जप जिन्ना मर्जी करी जा, रखी जा वर्त। कई लोग हुण भी मैं सोमवार का वर्त रखिया जी, मैं मंगलवार का वर्त रखिया जी, मैं एकादशी का वर्त रखिया जी, मैं छठ का वर्त रखिया जी, मैं पुन्निया का वर्त रखिया। महाराज कहते हे जीव, परमात्मा की भगती तो बिना जिन्ना मर्जी जप कर लै, तप कर लै, वर्त रख लै, ते तीर्थां ते इशनान करी जा, जो मर्जी करी जा। संजमो खाण पीण तो भुखा रह जा कई दिन। जब लग जुगत न जाणीए भाओ भगत भगवान। जद तक भगवान परमात्मा की भगती विच जुड़न की जांच नहीं आउंदी तैनूं। सतगुरु कहंदे जदों तक परमात्मा की भगती विच जुड़न का तैनूं तजर्बा नहीं आया, ये आऊ साधु महात्मा की संगत करके, गुरसिखां की संगत करके, उन्हां दे विचों तैनूं ये मिलना वा। संपै देख ना हरखीए, बिपत देख ना रोए। जे तू 10-20 किले जमीन दे लै लेना, जे तेरे कोले 5-7 10-20 लाख करोड़ 2 करोड़ रुपईया है, जां तेरियां इंडस्ट्रियां फैक्ट्रियां चलदियां, उन्होंने देख के खुश ना होया कर, हंकार ना करया कर। तू दूजियां नूं तां समझदा ही नहीं कुछ। कबीर साहब बचन करते हैं, कबीर
ਕਹਿੰਦੇ ਗਰਬ ਨਾ ਕੀਜੀਏ, ਰੰਕ ਨਾ ਹੱਸੀਏ ਕੋਏ। ਕਿਸੇ ਗਰੀਬ ਦੀ ਬੇਇੱਜ਼ਤੀ ਹੁੰਦੀ ਦੇਖ ਕੇ ਹੱਸੀ ਨਾ, ਤਾੜੀਆਂ ਨਾ ਮਾਰੀ ਕਿਸੇ ਡਿੱਗੇ ਨੂੰ ਦੇਖ ਕੇ। ਕਈ ਵਾਰੀ ਭਾਈ ਕੋਈ ਕਿਸੇ ਦੀ ਕੋਈ ਪੁੱਤਰ ਧੀ ਬੱਚਾ ਬਦਨਾਮੀ ਕਰਾ ਦਿੰਦਾ ਹੈ ਮਾਂ ਬਾਪ ਦੀ, ਉਹਨੂੰ ਦੇਖ ਕੇ ਉਹਨਾਂ ਦਾ ਮਜ਼ਾਕ ਨਾ ਉਡਾਈ। ਅਜੇ ਸੋ ਨੌ ਸਮੁੰਦਰ ਮੈਂ ਹੈ, ਕਿਆ ਜਾਣੋ ਕਿਆ ਹੋਏ। ਅਜੇ ਬੇੜੀ ਸਮੁੰਦਰ ਦੇ ਵਿਚਾਲਿਆ, ਤੇਰੀ ਵੀ ਪਤਾ ਨਹੀਂ ਕਿਹੜੇ ਵੇਲੇ ਮਾਰ ਜੂਗੀ। ਸਾਧ ਸੰਗਤ ਜੀਓ, ਉਹ ਬੇੜੀ ਨੂੰ ਪਾਣੀ ਦਾ ਝਟਕਾ, ਪਾਣੀ ਦੀ ਝੱਲ ਕਿਹੜੇ ਵੇਲੇ ਮਾਰ ਜੂਗੀ, ਪਤਾ ਨਹੀਂ ਕਦੋਂ ਡੁੱਬ ਜਾਣਾ। ਇਸ ਕਰਕੇ ਸਤਿਗੁਰੂ ਕਹਿੰਦੇ ਜੇ ਤੇਰੇ ਕੋਲ ਦੌਲਤ ਹੈ ਦੂਜਿਆਂ ਨੂੰ ਤੰਗ ਨਾ ਕਰਿਆ ਕਰ। ਤੂੰ ਦੇਖ ਕੇ ਇਹਨੂੰ ਖੁਸ਼ ਨਾ ਹੋਏ ਤਾਂ ਜ਼ਹਿਰ ਰੂਪ ਹੈ। ਬਿਪਤ ਦੇਖ ਨਾ ਰੋਏ, ਕਦੇ ਬਿਪਤਾ ਆ ਗਈ, ਕੋਈ ਮਾੜਾ ਟਾਈਮ ਆ ਗਿਆ, ਰੋਈ ਨਾ। ਕਿਉਂ? ਜਿਉਂ ਸੰਪੈ ਤਿਉਂ ਬਿਪਤ ਹੈ, ਬਿਧ ਨੇ ਰਚਿਓ ਸੋ ਹੋਏ। ਜਿਵੇਂ ਦੌਲਤ ਦੀ ਹਾਲਾਤ ਹੈ, ਤੇਰੇ ਜਦੋਂ ਹਾਰ ਪੈਂਦੇ ਨੇ ਨਾ ਤੈਨੂੰ ਲੋਕ ਸ਼ਾਬਾਸ਼ ਕਹਿੰਦੇ ਆ। ਜਦੋਂ ਤੇਰੀ ਖੁਸ਼ੀ ਓਨੀ ਮਨ ਦੇ ਵਿੱਚ ਹੁੰਦੀ ਮਾਣਦਾ ਹੈ, ਜਦੋਂ ਜੁੱਤੀਆਂ ਪੈਂਦੀਆਂ ਨੇ ਉਦੋਂ ਵੀ ਖੁਸ਼ ਰਿਹਾ ਕਰ। ਜਿਉਂ ਸੰਪੈ ਤਿਉਂ ਬਿਪਤ ਹੈ, ਜਿਵੇਂ ਧਨ ਆਏ ਤੋਂ ਇੰਨਾ ਖੁਸ਼ ਤਾੜੀਆਂ ਮਾਰਦਾ ਹੈ, ਤੇ ਮਹਾਰਾਜ ਕਹਿੰਦੇ ਤਿਉਂ ਬਿਪਤ ਹੈ। ਜੇ ਬਿਪਤਾ ਆ ਗਈ ਫਿਰ ਵੀ ਉਹਨੂੰ ਝੱਲਿਆ ਕਰ ਸਿਰ 'ਤੇ। ਬਿਧ ਨੇ ਰਚਿਆ ਸੋਏ। ਸੱਜਣਾ, ਜੇ ਸੁੱਖ ਆਇਆ ਤੇ ਦੁੱਖ ਆਉਣਾ ਹੀ ਆਉਣਾ, ਜੇ ਖੁਸ਼ੀ ਆਈ ਹੈ ਗਮੀ ਆਉਣੀ ਆਉਣੀ ਹੈ, ਜੇ ਘਰ ਵਿੱਚ ਹਾਸੇ ਆਏ ਨੇ ਰੋਣੇ ਆਉਣੇ ਹੀ ਆਉਣੇ ਨੇ, ਕੁਦਰਤੀ ਗੱਲ ਹੈ। ਕਹੇ ਕਬੀਰ ਅਬ ਜਾਣਿਆ ਸੰਤਨ ਹਿਰਦੈ ਮੁਝਾਰ। ਕਬੀਰ ਸਾਹਿਬ ਕਹਿੰਦੇ ਨੇ ਅਸੀਂ ਸੰਤ ਲੋਕਾਂ ਦੀ ਸੰਗਤ ਕਰਕੇ ਇਹ ਆਪਣੇ ਹਿਰਦੇ ਵਿੱਚ ਜਾਣ ਲਿਆ। ਕੀ ਜਾਣ ਲਿਆ? ਸੇਵਕ ਸੋ ਸੇਵਾ ਭਲੇ, ਜਿਹੇ ਘਟ ਵਸੈ ਮੁਰਾਰ। ਸੇਵਕ ਉਹੀ ਚੰਗਾ ਜਿਹਦੇ ਹਿਰਦੇ ਵਿੱਚ ਰੱਬ ਵਸਦਾ ਨਹੀਂ। ਮੁਆਫ ਕਰਨਾ, ਸੇਵਾ ਜਿੰਨੀ ਮਰਜ਼ੀ ਕਰੀ ਜਾਈਏ, ਜਦ ਤੱਕ ਪਰਮਾਤਮਾ ਦਾ ਵਾਸਾ ਨਹੀਂ ਨਾ ਅੰਦਰ ਹੁੰਦਾ, ਰੱਬ ਦਾ ਵਾਸਾ ਨਹੀਂ ਹੁੰਦਾ, ਤੇਰੀ ਸੇਵਾ ਸਫਲ ਹੀ ਨਹੀਂ ਹੁੰਦੀ। ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਕਸੰਮਲ ਵੱਡੇ ਵੱਡੇ ਪਾਪਾਂ ਦਾ ਨਾਸ ਹੋ ਜਾਂਦਾ ਜਦੋਂ ਤੂੰ ਸੇਵਾ ਕਰਕੇ ਰੱਬ ਨੂੰ ਜਪੇਂਗਾ। ਪਰਮਾਤਮਾ ਮੁਰਾਰੀ, ਜਦੋਂ ਜੇ ਘਟ ਵਸੈ ਮੁਰਾਰ, ਪਰਮਾਤਮਾ ਹਿਰਦੇ ਵਿੱਚ ਵਸਦਾ। ਅੱਗੇ ਸਾਧ ਸੰਗਤ ਜੀਓ, ਕਬੀਰ ਸਾਹਿਬ ਕਹਿੰਦੇ ਇੱਕ ਲੜਕਾ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਨਾ ਇਸ਼ਨਾਨ ਕਰਦਾ, ਫਿਰ ਪਾਠ ਕਰਕੇ ਕਬੀਰ ਜੀਆਂ ਦੀ ਸਤਸੰਗ ਵਿੱਚ ਬਿਨਾਂ ਨਾਂਗਾ ਰੋਜ਼ ਆਉਂਦਾ ਸੀ। ਜਦੋਂ ਜਵਾਨ ਹੋਇਆ ਤਾਂ ਵਿਆਹ ਹੋ ਜਾਣ ਕਰਕੇ ਉਹ ਆਪਣੇ ਇਸਤਰੀ ਦੇ, ਘਰਵਾਲੀ ਦੇ, ਪੁੱਤਰ ਧੀਆਂ ਦੇ ਉਸ ਕੁਟੁੰਬ ਦੇ ਪ੍ਰੇਮ ਵਿੱਚ ਫਸ ਗਿਆ, ਸਤਸੰਗ ਛੱਡ ਬੈਠਾ। ਪੁੱਤਰ ਧੀਆਂ ਹੋ ਜਾਣ ਨਾਲ ਕੁਟੁੰਬ ਦੀ ਜ਼ਿੰਮੇਵਾਰੀ ਦਾ ਭਾਰ ਪੈ ਗਿਆ। ਫਿਰ ਭਲਾ ਸਤਸੰਗ ਲਈ ਵਿਹਲ ਕਿੱਥੋਂ ਮਿਲਦੀ ਹੈ ਨਹੀਂ ਜੀ। ਆਹ ਹੋ ਗਿਆ ਘਰੇ, ਆਹ ਹੋ ਗਿਆ, ਬੁੱਢਾ ਹੋਇਆ ਤੇ ਫਿਰ ਪੁੱਤ ਪੋਤਿਆਂ ਨੂੰ ਸਾਂਭਦਾ। ਤਾਂ ਸਾਧ ਸੰਗਤ, ਇੱਕ ਦਿਨ ਕਬੀਰ ਸਾਹਿਬ ਜੀ ਨਾਲ ਉਹਦਾ ਮੇਲ ਹੋਇਆ। ਉਸ ਰੱਬ ਦੇ ਪਿਆਰੇ ਨੇ ਨਮਸਕਾਰ ਕੀਤੀ। ਕਬੀਰ ਜੀ ਨੇ ਆਖਿਆ, ਭਾਈ ਗੁਰਮੁਖਾ, ਤੂੰ ਸਤਸੰਗੀ ਸੀ, ਹੁਣ ਤੂੰ ਸਤਸੰਗ ਵਿੱਚ ਕਿਉਂ ਨਹੀਂ ਆਉਂਦਾ? ਉੱਤਰ ਵਿੱਚ ਉਹਨੇ ਆਖਿਆ, ਮਹਾਰਾਜ, ਜਵਾਬ ਵਿੱਚ ਕਿਹਾ, ਕਹਿੰਦਾ ਹੁਣ ਤਾਂ ਵਿਹਲ ਨਹੀਂ ਮਿਲਦੀ, ਬਸ ਦਿਨ ਰਾਤ ਪਰਿਵਾਰ ਪਾਲਣ ਪੋਸਣ, ਪੈਸਾ, ਆਹ ਕਰ ਲਾਂ ਬਤੀਤ ਹੋ ਜਾਂਦਾ ਹੈ। ਇਤਨੀ ਗੱਲ ਸੁਣ ਕੇ ਭਗਤ ਕਬੀਰ ਜੀ ਉਹਨੂੰ ਉਪਦੇਸ਼ ਦਿੰਦੇ ਨੇ, ਹਰੇ ਮਨ ਤੇਰੋ ਕੋਏ ਨਹੀਂ, ਖਿੰਚ ਲਏ ਜਿਨ ਭਾਰ। ਕਹਿੰਦੇ ਇੰਨੇ ਜੀਵ ਮੰਗਰ ਲਾ ਕੇ ਤੇ ਜਿਹੜਾ ਭਾਰ ਖਿੱਚੀ ਜਾਂਦਾ ਨਾ, ਇਹ ਦੁਨੀਆ 'ਚ ਤੇਰਾ ਕੋਈ ਸਹਾਈ ਨਹੀਂ ਹੈ। ਹਰ ਬਿਨ ਕੌਣ ਸਹਾਈ ਮਨ ਕਾ। ਦੱਸਦੇ ਨੇ ਨਾ, ਇਹ ਦੁਨੀਆ ਵਿੱਚ ਤੇਰਾ ਕੋਈ ਨਹੀਂ। ਤੁਸੀਂ ਸੱਚ ਜਾਣਿਓ, ਸਭ ਤੋਂ ਨੇੜੇ ਕਿਹਨੂੰ ਸਮਝਦੇ ਅਸੀਂ? ਕਹਿੰਦੇ ਘਰ ਵਾਲੀ ਦਾ ਰਿਸ਼ਤਾ ਹੈ, ਪੁੱਤਰ ਧੀਆਂ ਦਾ, ਭੈਣ ਭਰਾਵਾਂ ਦਾ। ਜਮਾ ਤੋਂ ਨਹੀਂ ਇਹ ਛੁਡਾ ਸਕਦੇ, ਤੁਹਾਨੂੰ ਛੱਡ ਜਾਣਗੇ ਇੱਕ ਦਿਨ। ਜਿੱਦੇ ਲੋੜ ਪੈ ਗਈ ਨਾ ਵੀ ਅੱਜ ਇਹਨੂੰ ਲੋੜ ਹੈ ਸਾਡੀ, ਕੋਈ ਸਰੀਰ ਦਾ ਅੰਗ ਦੇਣਾ ਹੈ, ਪੈਸਾ ਲਾਉਣਾ ਹੈ, ਜਦ ਸਾਧ ਸੰਗਤ ਆਪਾਂ ਨੂੰ ਸਵਾਲ ਪਾਊ, ਛੱਡ ਜਾਣਗੇ ਤੈਨੂੰ ਉਦੋਂ ਹੀ। ਰੇ ਮਨ ਤੇਰੋ ਕੋਈ ਨਹੀਂ, ਖਿੰਚ ਲਏ ਜਿਨ ਭਾਰ। ਜਿਨ੍ਹਾਂ ਦਾ ਪਾਲਣ ਪੋਸ਼ਣ ਕਰਕੇ ਭਾਰ ਖਿੱਚੀ ਫਿਰਦਾ ਨਾ, ਗੱਡਿਆਂ ਦੇ ਗੱਡੇ, ਉਹ ਇਹਦਾ ਆ ਭੂਆ ਮਾਮੀ ਫੁੱਫੀ ਨਾਨੇ ਚਾਚੇ ਤਾਏ ਫਿਰਦਾ ਨਾ ਖਿੱਚੀ ਭਾਰ,
तेरा अपना भी नहीं, तेरे शरीर ने भी तेरा सहयोग नहीं देना। कहते बिरख बसेरो पंख को तैसो ये संसार, जिवें पंछियां दा बिरछ ते रात कट्टण दा बसेरा हुंदा ना, तू संसार बिरछ ते रात कट्टण आया होया। ते साध संगत जी रात कट्टण आया, संजोग रूपी रात रूपी संजोग करके जीव रूपी पंछी संसार रूपी दरख्त ते आके बैठदा। जिस वेले काल रूपी दिन चढ़ जाता तो कर्मा अनुसार जीव रूपी पंछियों का झुंड उडारी मार के किसी न किसी बन्ने होर चल जाता है। बिरख हेठ सब जनते इकट्ठे, एक तत्ते एक बोलन मिठे, आस्त अदौलत भया उठी चले, ज्यों ज्यों औद बिहानियाँ। फिर कहना महाराज मैनू की करना चाहिए, मैनू दसो ना। कहते आ जिन्हों के पिछे तू पाप कमाना, इन्होंने तेरा साथ तो बिल्कुल ही नहीं देना। तू फिरदा ना पाप कमाउंदा, नहीं साथ देना। फिर कबीर साहब नूं कहना मैं की करा, राम रस पिया रे, तू शराबां दे रस, इंद्रियां दे विषे विकारां दे रस, तू सारे रस बहुत आनंद नाल माणदा है। इहो जिहे रस होण, जिस रस बिसर गए रस और, राम रस पिया रे, तू तां रब दा रस नाम सिमरन विच चित्त जोड़ के ना तू क्या कर, वाहिगुरू 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 वाहिगुरू, सारे जपो वाहिगुरू वाहिगुरू। बाहर भी बोलिया करो, सारे जिहड़े ना बाहर सुनते वो भी जपिया करो वाहिगुरू। वाहिगुरू राम रस पिया रे, जदों रब दा परमात्मा दे नाम दा रस पीण लग गया, जिस रस विसर गए रस और, जिहड़े रस नाम रस दे पीण करके बाकी दे होर रस सी ना, जिहड़े होर अनरस विसरै, शराबां दे, खाण पीण दे ते साध संग पदार्थां दे। हुण तां तरह तरह दे जूस पीना ना, शराबां पीना, मीट खाना, तरह तरह दे भोजन खाना है। महाराज कहते ने ये रस ने तो गंदगी बन जानी है, तू परमात्मा दे नाम दा रस लिया कर रहाओ। और मुए क्या रोई है जो आपा थिर ना रहाए। महाराज कहते ने जदों तेरा कोई पुत्र धी, तेरा गुआंढी, तेरा कोई परिवार का जी चल जाता ना तेरे कोलों, ਉਹਦੀ मौत हो जाती है, फिर तू रोना। वो कहते ਉਹਨੂੰ ਤਾਂ तू ਤਾਂ रोवें जे तू आप खुद रवें इत्थे, तू भी चलिया जाना, फिर तू रोंदा काते हैं। और मूहे क्या रोई है, होर दी मौत ते की रोना है, जो आपा थिर ना रहा है। तैं खुद नूं साध संगजिओ अपने इत्थे पैर जमा के समझ होया, पर तैं भी नहीं रहना इत्थे सिर थिर। जो उपजै सो बिन सहै, दुख कर रोवै बलाए। क्योंकि संसार विच जो भी उत्पन्न होया ना, जिहड़ा जम्मिया उन्हें मर जाना, जो आया सो चल सी, सब कोई आई वारी है। फिर तू दुख आउंदे ने तो तू रोना है, धाहा मार मार के रोना, रोन लग जाना, आश्चर्य की गल नहीं है। जह की उपजी तह रची पीवत मर्दन लाग, जीव दी जमात जिस भाग जूनी तो उत्पन्न होई, जवानी दी मस्ती करके फिर उसे जूनी भाग नूं भोगण लग जाता है। ओहो महाराज की कहते ने, जह की उपजी तह रची पीवत मर्दन लाग। सतगुरु पातशाह कहते ने आह, जिहड़ा शरीर तैनू माँ के गर्भ दे विचों मिलिया सी ना, उसे शरीर नूं फिर जवानी च आके तू किवें साध संगत उहदे आनंद मानण दा। जह की उपजी तह रची पीवत मर्दन लाग। आह, जवानी विच साध संगत जियो तू वो शरीर दे बड़े आनंद मानने चाहना है, उस शरीर दे एक एक अंग नूं तू इउं समझना है कि मैं अपनी जिंद दे दूंगा इहदे पिछे। उसे गंद चों तू निकल के आया सी, उसे गंद च फस गया। कहण तो भाव ये है, कहे कबीर चित चेतिया राम सिमर बैराग। कबीर जी कथन करते हैं, वो पति परमात्मा दे मर्द जो महात्मा हैं साध संगत जियो,
ਉਹਨਾਂ ਦੀ ਚਰਨੀ 'ਚ ਲੱਗਿਆ ਕਰ। ਕਹਿ ਕਬੀਰ ਚਿਤ ਚੇਤਿਆ ਰਾਮ ਸਿਮਰ ਬੈਰਾਗ। ਉਹਨਾਂ ਪੁਰਸ਼ਾਂ ਦੇ ਬੈਰਾਗ ਆਦਿ ਸਾਧਨਾਂ ਨੂੰ ਧਾਰਨ ਕਰਕੇ ਉਸ ਰਾਮ ਨੂੰ ਚਿੱਤ ਗਿਆ ਬਾਣੀ ਦੁਆਰਾ ਸਿਮਰਿਆ ਕਰ। ਜਹ ਕੀ ਉਪਜੀ ਤਹਿ ਰਚੀ ਪੀਵਤ ਮਰਦਨ ਲਾਗ। ਕਹਿ ਕਬੀਰ ਚਿਤ ਚੇਤਿਆ ਰਾਮ ਸਿਮਰ ਬੈਰਾਗ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਾਧ ਸੰਗਤ ਜਿਉ ਜਪਿਆ ਕਰ। ਇਹ ਜੀਵ ਰੂਪ ਇਸਤਰੀ ਜਹ ਕੀ ਉਪਜੀ, ਜਿਸ ਬ੍ਰਹਮਾ ਤੋਂ ਉਤਪੰਨ ਹੋਈ ਸੀ ਉਸ ਬ੍ਰਹਮਾ ਦੇ ਵਿੱਚ ਹੀ ਅਭੇਦ ਹੋ ਜਾਣਾ। ਜਹ ਤੇ ਉਪਜਿਆ ਨਾਨਕਾ ਲੀਨਤਾ ਹੀ ਮਹਿਮਾਨ। ਉਹਦੇ ਵਿੱਚ ਲੀਨ ਹੋਣਾ। ਕਾਹਦੇ ਵਿੱਚ? ਵਾਹਿਗੁਰੂ ਵਿੱਚ। ਤੇਰੀ ਉਤਪਤੀ ਕਿੱਥੋਂ ਹੋਈ ਸੀ? ਉਸੇ ਵਾਹਿਗੁਰੂ ਤੋਂ। ਉਹਦੇ ਵਿੱਚ ਲੀਨ ਕਿਵੇਂ ਹੋਇਆ ਜਾਊਗਾ? ਸੁਰਤੀ ਬਿਰਤੀ ਜੋੜ ਕੇ ਰੋਜ਼ ਜਪਿਆ ਕਰ ਵਾਹਿਗੁਰੂ 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 ਜਪੋ ਵਾਹਿਗੁਰੂ 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 ਵਾਹਿਗੁਰੂ। ਆਓ ਸਤਸੰਗੀਓ ਸਾਰੇ ਤੁਸੀਂ ਤੁਹਾਨੂੰ ਤਦ ਯੋਗ ਹੋ ਭਾਈ, ਜਿਨ੍ਹਾਂ ਨੇ ਬੈਠ ਕੇ ਰੱਬ ਦੇ ਪਿਆਰ ਵਿੱਚ ਹਰ ਕੀਆਂ ਕਥਾ ਕਹਾਣੀਆਂ ਸਰਵਣ ਕੀਤੀਆਂ ਨੇ। ਉੱਤਮ ਕਰਮਾਂ ਵਾਲੇ ਸੰਗਤ ਵਿੱਚ ਬਹਿੰਦੇ ਨੇ ਰੱਬ ਦੇ ਪਿਆਰੇ। ਰੋਜ਼ ਆਇਆ ਕਰੋ, ਇਹ ਸਮਾਂ ਕੱਢ ਲਿਆ ਕਰੋ। ਜ਼ਿੰਦਗੀ ਦਾ ਮਾਨਸ ਜਨਮ ਕਾ ਹੀ ਲਾਹੋ ਹੈ। ਨਾ ਇਹ ਜਵਾਨੀ ਰਹਿਣੀ ਹੈ, ਨਾ ਇਹ ਸਰੀਰ ਰਹਿਣਾ, ਮਲੀਆ ਮੇਟ ਹੋ ਜਾਣਾ। ਸਵਾਹ ਵੀ ਇਹਦੀ ਦੱਬ ਕੇ ਰੱਖਣੀ ਪੈਣੀ ਹੈ। ਤੇਜ਼ ਹਵਾ ਚੱਲਦੀ ਹੈ, ਕਿਤੇ ਸਵਾਹ ਨਾ ਉੱਡ ਜੇ। ਇਹਦੀਆਂ ਹੱਡੀਆਂ ਹੁੱਡੀਆਂ ਚੁਗਣੀਆਂ, ਫੁੱਲ ਚੁਗਣੇ ਹੋ। ਇਹਦੇ ਨਾਲ ਲਾਹਾ ਲੈ ਲੈ ਨਾਮ ਦਾ, ਸੇਵਾ ਦਾ। ਗੁਰੂ ਘਰ ਸੇਵਾ ਚੱਲਦੀ ਹੈ ਭਾਈ। ਸਰੀਏ ਦੀ ਸੇਵਾ, ਸੀਮੈਂਟ ਦੀ ਸੇਵਾ, ਬਹੁਤ ਸਾਰੇ ਗੁਰੂ ਕੇ ਸੇਵਕਾਂ ਵੱਲੋਂ ਮਾਇਆ ਭੇਜੀ ਗਈ ਹੈ। ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਅਤੇ ਆਉਣ ਵਾਲੇ ਦਿਨਾਂ 'ਚ ਉਹਨਾਂ ਦੇ ਨਾਮ ਵੀ ਬੋਲੇ ਜਾਣਗੇ। ਸੋ ਇਸ ਕਰਕੇ ਜਿਨ੍ਹਾਂ ਕੋਲੇ ਕੋਈ ਗਰੀਬ ਹੈ, ਨਹੀਂ ਮਾਇਆ ਦੇ ਸਕਦਾ, ਉਹ ਭਾਈ ਇੱਥੇ ਸੇਵਾ ਕਰਾ ਜਾ ਕਰੋ ਸਰੀਰ ਦੇ ਨਾਲ। ਹੱਥੀਂ ਪੈਰੀ ਸੇਵਾ ਕਰ ਲਈਏ ਰੋਜ਼। ਮਿਸਤਰੀਆਂ ਕੋਲੇ ਬਹੁਤ ਲੋੜ ਹੈ ਇੱਥੇ ਬੰਦਿਆਂ ਦੀ। ਨਗਰ ਦੇ ਵਿੱਚੋਂ 2-2 4-4 5-5 7-7 ਰੋਜ਼ ਬੰਦੇ ਆਇਆ ਕਰੋ ਭਾਈ। ਇਹ ਸੇਵਾ ਕੀਤੀ ਨੇ ਤੇਰੇ ਨਾਲ ਜਾਣਾ। ਬਾਕੀ ਤਾਂ ਤੇਰਾ ਹਉਮੈ ਝੱਖਣਾ ਝਾਕ ਹੀ ਹੈ। ਸੀਮੈਂਟ ਅਤੇ ਸਰੀਏ ਦੀ ਸੇਵਾ ਅਤੇ ਹੱਥਾਂ ਪੈਰਾਂ ਦੁਆਰਾ ਸਾਧ ਸੰਗਤ ਜੀਓ ਗੁਰੂ ਘਰ ਦੀ ਸੇਵਾ ਮਿਸਤਰੀਆਂ ਕੋਲੇ ਆ ਕੇ ਕਰਨੀ। ਕੋਈ ਇੱਟਾਂ ਘੜਦਾ, ਫੜਾਉਂਦਾ, ਤਰਾਈ ਕਰਦਾ, ਕੋਈ ਨਿਆਂ ਨੂਆਂ ਪੱਟਣੀਆਂ, ਕਾਫੀ ਵੱਡੇ ਕੰਮ ਹੁੰਦੇ ਆ। ਸੋ ਗੁਰੂ ਘਰ ਦੀ ਸੇਵਾ ਵਿੱਚ ਆਪਣੇ ਜੀਵਨ ਨੂੰ ਮੈਂ ਕਹਿੰਦਾ, ਮੈਂ ਜੀ ਹਜ਼ੂਰ ਸਾਹਿਬ ਹੈ ਇੰਨੇ ਦਿਨ ਸੇਵਾ ਕਰਕੇ ਆਊਂ, ਮੈਂ ਜੀ ਅੰਮ੍ਰਿਤਸਰ ਸਾਹਿਬ ਹੈ ਇੰਨੇ ਦਿਨ ਸੇਵਾ, ਮੈਂ ਫਲਾਣੇ ਥਾਂ ਮੈਂ ਇੰਨੇ। ਤੁਹਾਡੇ ਘਰ ਦੇ ਬਾਹਰ ਸਾਧ ਸੰਗਤ ਜੋ ਗੁਰੂ ਨਾਨਕ ਦੇ ਘਰ ਦੀ ਸੇਵਾ ਚੱਲਦੀ ਹੈ, ਉੱਥੇ ਤਾਂ ਅਸੀਂ ਆਉਂਦੇ ਨਹੀਂ। ਉੱਥੇ ਤਾਂ ਇੱਕ ਇੱਟ ਨਹੀਂ ਫੜਾਉਣੀ। ਉਹ ਜਾਓ, ਉੱਥੇ ਸੇਵਾ ਸਫਲੀ ਕਿੱਥੇ ਹੋਣੀ ਹੈ? ਸਾਰੇ ਉਹ ਈਗੈ ਨਿਰਗੁਣ ਊਗੈ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ। ਸਾਰਿਆਂ ਥਾਵਾਂ 'ਤੇ ਉਹ ਪਰਮਾਤਮਾ ਵੱਸਦਾ ਹੈ। ਆਪਣੇ ਗੁਰੂ ਘਰ ਦੀ ਸੇਵਾ ਦੇ ਵਿੱਚ ਤਤਪਰ ਹੋ ਕੇ ਆਪ ਯੋਗਦਾਨ ਪਾਇਆ ਕਰੋ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਰੀ ਸੰਗਤ ਨੂੰ ਅਰਦਾਸ ਬੇਨਤੀ ਵਿੱਚ ਜੁੜੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਸ਼ੁਕਰਾਨਾ, ਜਿਨ੍ਹਾਂ ਦੀ ਕਿਰਪਾ ਦਾ ਸਦਕਾ ਇਸ ਭਾਗਾ ਸਮਾਂ ਪ੍ਰਾਪਤ ਹੋਇਆ। ਗੁਰੂ ਚਰਨਾਂ ਵਿੱਚ ਜੁੜ ਕੇ ਬੇਨਤੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।